बिस्मिल्लाहिर्रहमानिर्रहीम। नाजरीन, मैं ਤੁਹਾਡਾ ਮੁਹੰਮਦ ਵਸੀਮ ਸ਼ਹਿਜ਼ਾਦ ਔਰ ਤੁਸੀਂ ਦੇਖ ਰਹੇ ਹੋ ਮੇਰਾ YouTube ਤੇ Facebook ਲਾਈਵ। ਨਾਜ਼ਰੀਨ, ਅੱਜ ਦੀਆਂ ਬੜੀਆਂ ਬਹੁਤ ਹੀ ਅੱਜ ਦੀਆਂ ਆਮ ਖਬਰਾਂ ਨੇ ਜਿਹੜੀਆਂ ਅੱਜ ਤੁਹਾਨੂੰ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਹੈ। ਸਭ ਤੋਂ ਆਮ ਖਬਰ ਅੱਜ ਦੀ ਜਿਹੜੀ ਹੈ ਉਹ ਇਹ ਹੈ ਕਿ ਇੰਟਰਾ ਪਾਰਟੀ ਇਲੈਕਸ਼ਨ ਇੱਕ ਪਾਰਟੀ ਦੇ ਹੋਏ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਇੰਟਰਾ ਪਾਰਟੀ ਇਲੈਕਸ਼ਨ ਨੇ ਮੁਖਾਲਫੀਨ ਜਿਹੜੇ ਦੂਸਰੇ ਪਾਰਟੀਆਂ ਨੇ ਉਹਨਾਂ ਨੂੰ ਚਕਰਾ ਕੇ ਰੱਖ ਦਿੱਤਾ। ਨਾਜ਼ਰੀਨ, ਇਸ ਇਲੈਕਸ਼ਨ ਤੋਂ ਬਾਅਦ ਇੱਕ ਪਾਰਟੀ ਦੀਆਂ ਜਿਹੜੀਆਂ ਚੀਖਾਂ ਨੇ ਉਹ ਅਸਮਾਨ ਤੱਕ ਪਹੁੰਚ ਗਈਆਂ ਨੇ ਉਹ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਵੀ ਹੋ ਗਈਆਂ ਨੇ। ਔਰ ਉਸ ਤੋਂ ਬਾਅਦ ਅਸੀਂ ਇਸ ਨੂੰ ਆਪਣੇ ਮੁਲਕ ਪਾਕਿਸਤਾਨ ਨੂੰ ਠੀਕ ਕਿਸ ਤਰ੍ਹਾਂ ਕਰ ਸਕਦੇ ਹਾਂ, ਇਸ ਦੇ ਉੱਤੇ ਅਸੀਂ ਆਪਣੀ ਗੱਲ ਕਰਾਂਗੇ ਅੱਜ। ਔਰ ਇਸ ਤੋਂ ਪਹਿਲਾਂ ਅਗਰ ਤੁਸੀਂ ਸਾਡਾ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਨਹੀਂ ਕੀਤਾ ਤੇ ਉਹਨੂੰ ਸਬਸਕ੍ਰਾਈਬ ਕਰ ਲਓ। ਨਾਜ਼ਰੀਨ, ਪਹਿਲੀ ਖਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇੰਟਰਾ ਪਾਰਟੀ ਇਲੈਕਸ਼ਨ ਪੀਟੀਆਈ ਦੇ ਅੱਜ ਇੰਟਰਾ ਪਾਰਟੀ ਇਲੈਕਸ਼ਨ ਹੋਏ ਨੇ ਤੇ ਜੂ ਹੀ ਇਲੈਕਸ਼ਨ ਹੋਏ ਨੇ ਉਸ ਤੋਂ ਬਾਅਦ ਮੁਖਾਲਫਿਆਂ ਦੀਆਂ ਚੀਖਾਂ ਹੀ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ। ਔਰ ਅਸੀਂ ਦੇਖਿਆ ਹੈ ਕਿ ਇੰਨੀਆਂ ਕਿ ਚੀਖਾਂ ਨਿਕਲੀਆਂ ਕਿ ਜਿੰਨਾ ਕੁ ਹਿਸਾਬ ਹੀ ਕੋਈ ਨਹੀਂ। ਤੇ ਬੜੀਆਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਵੀ ਉਹਨਾਂ ਨੇ ਕੀਤੀਆਂ ਨੇ ਮੁxtਲਿਫ ਲੋਕਾਂ ਨੇ। ਉਹ ਇੱਕ ਬੰਦਾ ਵਿੱਚੋਂ ਉਹ ਸੀ ਜਿਹੜਾ ਪ੍ਰੈਸ ਕਾਨਫਰੰਸ ਵਾਲਾ ਸੀ ਕਿ ਜਿਹਨੂੰ ਪਾਰਟੀ ਨੇ ਅੱਜ ਤੋਂ 10 ਸਾਲ ਪਹਿਲਾਂ ਹੀ ਕੱਢ ਛੱਡਿਆ ਸੀ। ਉਹ ਕਹਿੰਦਾ ਜੀ ਮੈਂ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਸ ਪਾਰਟੀ ਦਾ ਇਲੈਕਸ਼ਨ ਜਿਹੜਾ ਕਮਿਸ਼ਨ ਨੂੰ ਕਲਅਦਮ ਕਰਾਰ ਦੇਣਾ ਤੇ ਚੈਲੰਜ ਕਰਨਾ। ਨਾਜ਼ਰੀਨ, ਇਹਦੇ ਵਿੱਚ ਬਰਿਸਟਰ ਗੋਹਰ ਨੂੰ ਚੇਅਰਮੈਨ ਪੀਟੀਆਈ ਬਣਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਮਰ ਅਯੂਬ ਨੂੰ ਜਨਰਲ ਸੈਕਟਰੀ ਮੁੰਤਖਬ ਕਰ ਦਿੱਤਾ ਗਿਆ ਬਿਲਾ ਮੁਕਾਬਲਾ। ਔਰ ਇਹ ਬਿਲਾ ਮੁਕਾਬਲਾ ਜਿਹੜੇ ਮੁੰਤਖਬ ਹੋਏ ਆ ਨਾ ਬਹੁਤ ਸਾਰੇ ਇਹਨਾਂ ਦੇ ਨੁਮਾਇੰਦੇ ਨੇ, ਜਿਹਦੇ ਵਿੱਚ ਪੰਜਾਬ ਦੀ ਸਦਰ ਜਿਹੜੀ ਹੈ ਉਹ ਡਾਕਟਰ ਯਾਸਮੀਨ ਰਾਸ਼ਿਦ ਹੈ, ਉਹਨਾਂ ਨੂੰ ਬਣਾਇਆ ਗਿਆ। ਉਸ ਤੋਂ ਬਾਅਦ ਸਿੰਧ ਦੇ ਵਿੱਚ ਹਲੀਮ ਆਦਲ ਸ਼ੇਖ ਸਦਰ ਮੁੰਤਖਬ ਹੋਏ ਨੇ ਬਿਲਾ ਮੁਕਾਬਲਾ। ਬਲੋਚਿਸਤਾਨ ਦੇ ਵਿੱਚ ਮਨੀਰ ਅਹਿਮਦ ਬਲੋਚ ਜਿਹੜੇ ਨੇ ਉਹ ਮੁੰਤਖਬ ਹੋਏ ਨੇ। ਔਰ ਕੇਪੀਕੇ ਦੇ ਵਿੱਚ ਅਲੀ ਅਮੀਨ ਗੰਡਾਪੁਰ ਜਿਹੜੇ ਨੇ ਔਰ ਕੇਪੀਕੇ ਦੇ ਸਦਰ ਮੁੰਤਖਬ ਹੋ ਗਏ। ਨਾਜ਼ਰੀਨ, ਜੂ ਹੀ ਇਹ ਖਬਰ ਇਲੈਕਸ਼ਨ ਕਮਿਸ਼ਨ ਦੇ ਆਵਾਮ ਨੂੰ ਦੱਸੀ ਹੈ ਜਿਸ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਸ਼ੁਰੂ ਹੋ ਗਈਆਂ ਨੇ। ਉਹਦੇ ਵਿੱਚ ਇੱਕ ਪਾਰਟੀ ਦੇ ਤੇ ਚੀਖਾਂ ਹੀ ਅਸਮਾਨ ਤੇ ਨਿਕਲ ਗਈਆਂ ਨੇ। ਉਹ ਆ ਕੇ ਕਹਿੰਦੀ ਹੈ ਕਿ ਇੱਕ ਪਾਰਟੀ ਦੀ ਸਪੋਕਸਪਰਸਨ ਆ ਕੇ ਕਹਿੰਦੀ ਹੈ ਕਿ ਜਨਾਬ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਇਹ ਕੋਈ ਇਲੈਕਸ਼ਨ ਹੋਏ ਨੇ, ਇਹ ਕੋਈ ਇਲੈਕਸ਼ਨ ਨਹੀਂ ਹੈਗੇ, ਇਹ ਕੋਈ ਇਲੈਕਸ਼ਨ ਨਹੀਂ ਹੈਗੇ। ਉਸ ਤੋਂ ਬਾਅਦ ਉਹਨੇ ਕਿਹਾ ਜੀ ਇਹ ਇੱਕ ਪੁਤਲੀ ਤਮਾਸ਼ਾ ਹੈ। ਤੇ ਮੇਰਾ ਇੱਕ ਮਾਸੂਮ ਬਣਾ ਜਿਹਾ ਸਵਾਲ ਹੈ ਕਿ ਜੇ ਇਹ ਪੁਤਲੀ ਤਮਾਸ਼ਾ ਹੈ ਤੇ ਜਨਾਬ ਇਹ ਪੁਤਲੀ ਤਮਾਸ਼ਾ ਕਰਾ ਕੌਣ ਰਿਹਾ ਹੈ ਔਰ ਉਹਦੇ ਤੇ ਨੱਚ ਕੌਣ ਰਿਹਾ ਹੈ? ਇਹ ਚੀਜ਼ਾਂ ਵੀ ਅਸੀਂ ਤੇ ਵੀ ਗੌਰ ਕਰਨੀ ਹੈ। ਨਾਜ਼ਰੀਨ, ਇਸ ਤੋਂ ਥੋੜੀ ਜਿਹੀ ਅਸੀਂ ਅੱਗੇ ਚੱਲਦੇ ਹਾਂ ਜਰਾ, ਤੇ ਅਸੀਂ ਇਹ ਦੇਖਦੇ ਹਾਂ ਕਿ ਕਿਆ ਉਸੇ ਪਾਰਟੀ ਦੇ ਜਿਸ ਪਾਰਟੀ ਦੇ ਸਪੋਕਸਪਰਸਨ ਨੇ ਇਹ ਗੱਲਾਂ ਕੀਤੀਆਂ ਉਸ ਪਾਰਟੀ ਦੇ ਅਸੀਂ ਇਹ ਵੀ ਤੁਹਾਨੂੰ ਦੱਸਾਂਗੇ ਕਿ ਉਸ ਪਾਰਟੀ ਦੇ ਸਾਰੇ ਉਹਦੇ ਮੇਨ ਉਹਦੇ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਘਰ ਦੇ ਵਿੱਚ ਤਕਸੀਮ ਕੀਤੇ ਨੇ। ਨਾਜ਼ਰੀਨ, ਤੁਸੀਂ ਸੁਣੀ ਦੀ ਹੋਏਗੀ ਅੰਨਾ ਵੰਡੇ ਰਿਓੜੀਆਂ ਤੇ ਮੁੜ ਮੁੜ ਆਪਣਿਆਂ ਨੂੰ ਹੀ ਦੇਵੇ। ਇਹ ਮਿਸਾਲ ਬਿਲਕੁਲ ਉਹਨਾਂ ਦੇ ਫਿੱਟ ਬੈਠਦੀ। ਨਾਜ਼ਰੀਨ, ਇਸ ਵਕਤ ਜਿਹੜੀਆਂ ਨੇ ਬਹੁਤ ਸਾਰੇ ਇਲੈਕਸ਼ਨ ਵਾਲੇ ਮਾਹੌਲ ਬਣਿਆ ਹੋਇਆ ਹੈ ਲੇਕਿਨ ਹਾਲੇ ਤੱਕ ਇਹ ਡਿਸਾਈਡ ਨਹੀਂ ਹੋ ਰਿਹਾ ਕਿ ਇਲੈਕਸ਼ਨ ਹੋਏਗਾ ਜਾਂ ਨਹੀਂ ਹੋਏਗਾ। ਲੇਕਿਨ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਿ 20 ਦਸੰਬਰ ਨੂੰ ਸਾਰਾ ਚੱਠਾ ਕਿੱਥਾ ਖੁੱਲ ਜਾਣਾ ਜੀ ਕਿ ਇਲੈਕਸ਼ਨ ਹੋਣਾ ਹੈ ਜਾਂ ਨਹੀਂ ਹੋਣਾ। ਇਹ ਦੋਵੇਂ ਚੀਜ਼ਾਂ ਪਤਾ ਚੱਲ ਜਾਣੀਆਂ ਨੇ 20 ਦਸੰਬਰ ਨੂੰ। ਨਾਜ਼ਰੀਨ, ਇਹ ਮੇਰੀ ਗੱਲ ਰਿਕਾਰਡ ਤੇ ਤੁਸੀਂ ਯਾਦ ਕਰ ਲਓ ਕਿ 20 ਦਸੰਬਰ ਨੂੰ ਪਤਾ ਚੱਲ ਜਾਣਾ ਕਿ ਇਲੈਕਸ਼ਨ ਹੋਣਾ ਜਾਂ ਨਹੀਂ ਹੋਣਾ ਔਰ ਸਾਰੀਆਂ ਪਾਰਟੀਆਂ ਦਾ ਜੋ ਵੀ ਚੱਠਾ ਕੁੱਤਾ ਸਾਰਾ ਖੁੱਲ ਜਾਣਾ ਹੈ। ਨਾਜ਼ਰੀਨ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਨੂਨ ਲੀਗ ਦੇ ਵਿੱਚ ਜਿਹੜੇ ਇੰਟਰਾ ਪਾਰਟੀ ਇਲੈਕਸ਼ਨ ਹੋਏ ਉਹਦੇ ਵਿੱਚ ਉਹਨਾਂ ਦੇ ਮੁਹਤਰਮ ਜਿਹੜੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਉਹ ਸਦਰ ਨੇ ਔਰ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਉਹ ਸੀਨੀਅਰ ਨਾਇਬ ਸਦਰ ਨੇ। ਉਸ ਤੋਂ ਬਾਅਦ ਜਨਰਲ ਸੈਕਟਰੀ ਹੈ ਉਹਨਾਂ ਦੇ ਹਸਨ ਇਕਬਾਲ ਸਾਹਿਬ, ਠੀਕ ਹੈ, ਯਾਨੀ ਕਿ ਸਾਰੇ ਵੱਡੇ ਉਹਦੇ ਉਹਨਾਂ ਦੇ ਆਪਣੇ ਕੋਲ ਹੀ ਨੇ। ਉਸ ਤੋਂ ਬਾਅਦ ਅਸੀਂ ਅਗਰ ਦੇਖੀਏ ਤੇ ਇਹ ਜਿਹੜਾ ਇਹਨਾਂ ਨੇ ਸਾਰਾ ਕੁਝ ਬਿਆਨ ਕੀਤਾ ਹੈ ਜਾਂ ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਇਸ ਤੋਂ ਬਾਅਦ ਇੱਕ ਬੰਦਾ ਪ੍ਰੈਸ ਕਾਨਫਰੰਸ ਕੀਤਾ ਜਿਹਨੂੰ ਉਸੇ ਜਮਾਤ ਨੇ ਪੀਟੀਆਈ ਨੇ ਅੱਜ ਤੋਂ 10 ਸਾਲ ਪਹਿਲਾਂ ਆਪਣੀ ਜਮਾਤ ਵਿੱਚੋਂ ਕੱਢ ਦਿੱਤਾ ਸੀ। ਉਹ ਵੀ ਪ੍ਰੈਸ ਕਾਨਫਰੰਸ ਕਰ ਲੈਂਦਾ ਆ ਕੇ। ਉਸ ਤੋਂ ਬਾਅਦ ਇੱਕ ਐਸਾ ਬੰਦਾ ਜਿਹਦੀ ਨੋ ਮਲੂਦ ਪਾਰਟੀ ਹੈ ਪੀਟੀਆਈ ਪਾਰਲੀਮੈਂਟੇਰੀਅਨ, ਉਹ ਵੀ ਆ ਕੇ ਜਨਾਬ ਕੀ ਨਾ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਇਲੈਕਸ਼ਨ ਸਹੀ ਹੋਏ। ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਆਪਣੀ ਪਾਰਟੀ ਇਲੈਕਸ਼ਨ ਕਰਾਏ ਨੇ ਤੇ ਤੁਸੀਂ ਕਿੱਥੇ ਉਹ ਇਲੈਕਸ਼ਨ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਨੂੰ ਜਮ੍ਹਾਂ ਕਰਾਏ ਨੇ। ਅੱਛਾ, ਇੱਕ ਗੱਲ ਹੋਰ ਹੈ ਕਿ ਨੂਨ ਲੀਗ ਦੇ ਜਿਹੜੀ ਸਪੋਕਸ ਪਰਸਨ ਉਹ ਵੀ ਕਹਿ ਰਹੀ ਸੀ ਜਾ ਕੇ ਕਿ ਇਹ ਜਿਹੜੇ ਇਲੈਕਸ਼ਨ ਕਮਿਸ਼ਨਰ ਇਹਦੇ ਤੇ ਖੁਦ ਲਵੇ ਜਿਹੜਾ ਕੀ ਨਾ ਹੈ ਨੋਟਿਸ ਲਵੇ ਔਰ ਇਹਨੂੰ ਕਲਅਦਮ ਕਰਾਰ ਦੇ। ਦੇਖੋ ਜੀ, ਪੀਟੀਆਈ ਨੇ ਇਹ ਇਲੈਕਸ਼ਨ ਕਮਿਸ਼ਨ ਨੇ ਪੀਟੀਆਈ ਨੂੰ ਕਿਹਾ ਕਿ ਤੁਸੀਂ ਆਪਣੇ ਇਲੈਕਸ਼ਨ ਜਿਹੜਾ 20 ਦਿਨ ਦੇ ਅੰਦਰ ਅੰਦਰ ਕਰਾਓ, ਠੀਕ ਹੈ। ਉਹਦੇ ਵਿੱਚ ਚੇਅਰਮੈਨ ਜਿਹੜਾ ਇਸ ਤੋਂ ਪਹਿਲੇ ਚੇਅਰਮੈਨ ਸੀ ਖਾਨ ਸਾਹਿਬ, ਉਹਨਾਂ ਨੇ ਆਪਣੀ ਚੇਅਰਮੈਨਸ਼ਿਪ ਜਿਹੜੀ ਆ ਉਹਦੇ ਵਾਸਤੇ ਉਹਨਾਂ ਨੇ ਇੱਕ ਨਵਾਂ ਬੰਦਾ ਜਿਹੜਾ ਉਹ ਬਣਾ ਦਿੱਤਾ, ਗੋਹਰ ਅਯੂਬ ਸਾਹਿਬ। ਗੋਹਰ ਬਰਿਸਟਰ ਗੋਹਰ ਨੂੰ ਜਨਾਬ ਚੇਅਰਮੈਨ ਪੀਟੀਆਈ ਬਣਾ ਦਿੱਤਾ। ਨਾਜ਼ਰੀਨ, ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਉਹ ਕਿਹੜੀ ਤਾਕਤ ਹੈ, ਉਹ ਕਿਹੜਾ ਨਸ਼ਾ ਹੈ, ਜਿਹੜੀ ਤਾਕਤ ਦਾ ਨਸ਼ਾ ਹੈ ਕਿ ਜਿਹੜਾ ਕਹਿੰਦਾ ਹੈ ਕਿ ਅਸੀਂ ਇਸ ਮੁਲਕ ਦੇ ਉੱਤੇ ਆਪਣੀ ਹਕੂਮਤ ਕਾਇਮ ਰੱਖੀਏ। ਨਾਜ਼ਰੀਨ, ਸਾਡੇ ਮੁਲਕ ਦੇ ਵਿੱਚ ਇਸ ਵਕਤ ਜਿਹੜੇ ਹਾਲਾਤ ਨੇ ਇਹੋ ਜਿਹੇ ਹਾਲਾਤ ਅੱਜ ਤੱਕ 75 ਸਾਲਾਂ 'ਚ ਨਹੀਂ ਹੋਏ ਜਿਹੜੇ ਹਾਲਾਤ ਅੱਜ ਕੱਲ੍ਹ ਜਾ ਰਹੇ ਨੇ। ਤੇ ਉਹਦੇ ਵਿੱਚ ਨਾਜ਼ਰੀਨ ਇਸ ਹਾਲਾਤ ਦੇ ਅੰਦਰ ਇਹਨੂੰ ਬਚਾਉਣ ਵਾਲਾ ਇੱਥੇ ਕੌਣ ਹੈ ਔਰ ਉਸ ਤੋਂ ਇਲਾਵਾ ਇਹਨੇ ਹਾਲਾਤ ਜਿਹੜੇ ਖਰਾਬ ਹੋਏ ਨੇ ਇਹਦਾ ਸਾਰਾ ਜ਼ਿੰਮੇਦਾਰ ਕਿਹੜੀ ਜਮਾਤ ਹੈ? ਨਾਜ਼ਰੀਨ, ਤੁਹਾਨੂੰ ਇੱਕ ਅਜੇ ਹੋਰ ਗੱਲ ਦੱਸੀਏ ਕਿ ਜਿਹੜੀ ਪੀਪਲ ਪਾਰਟੀ ਹੈ ਔਰ ਜਿਹੜੀ ਨੂਨ ਲੀਗ ਹੈ
और इस तो बाद ANP दूसरे जिन्नियां भी जमातां ने। नाजरीन, अज तो पहला किसे अपनी जमात के बंदे ने अपने तो अलावा किसी होर पार्टी ਨੂੰ चेयरमैन बनाया जी? एक दो का सिर्फ बीबी शहीद ਜਿਹੜੀ ਬੇਨਜ਼ੀਰ ਭੁੱਟੋ ਸਾਹਿਬ ਉਹਨਾਂ ਨੇ ਬਣਾਇਆ ਸੀ ਅਮੀਨ ਫਹੀਮ ਨੂੰ। ਉਸ ਤੋਂ ਇਲਾਵਾ ਨੂਨ ਲੀਗ ਦੇ ਵਿੱਚ ਕੋਈ ਨਹੀਂ ਅਜੇ ਤੱਕ ਆਇਆ। ਉਹ ਦੂਸਰੀਆਂ ਪਾਰਟੀਆਂ 'ਚ ਅਜੇ ਤੱਕ ਕੋਈ ਨਹੀਂ ਆਇਆ। ਠੀਕ ਹੈ। ਇਹੋ ਹੀ ਚੀਜ਼ਾਂ ਜਿਹੜੀਆਂ ਡਿਫਰੈਂਟ ਹੈ ਇਸ ਪਾਰਟੀ 'ਚ। ਔਰ ਇਹਨਾਂ ਦੇ ਇਲੈਕਸ਼ਨ ਦੇ ਉੱਤੇ ਬਹੁਤ ਸਾਰੀ ਆਵਾਮ ਨੇ ਸ਼ੋਰ ਡਾਲਣਾ ਸ਼ੁਰੂ ਕਰਤਾ। ਬਹੁਤ ਸਾਰੇ ਸਾਫੀਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਲੈਕਸ਼ਨ ਦਾ ਜਿਹੜਾ ਸਾਰਾ ਮਾਹੌਲ ਬਣ ਰਿਹਾ ਹੈ, ਇਸ ਦੇ ਵਿੱਚ ਅਸੀਂ ਇਹ ਦੇਖਾਂਗੇ ਕਿਆ ਇਲੈਕਸ਼ਨ ਕਿਸ ਤਰਫ ਜਾ ਰਿਹਾ ਹੈ। ਉਸ ਤੋਂ ਬਾਅਦ ਨਾਜ਼ਰੀਨ ਅਸੀਂ ਤੁਹਾਨੂੰ ਇਹ ਵੀ ਚੀਜ਼ ਦੱਸਾਂਗੇ ਕਿ ਅਸੀਂ ਜਿਸ ਮੁਆਸ਼ਰੇ 'ਚ ਰਹਿੰਦੇ ਹਾਂ, ਐਸੇ ਮੁਆਸ਼ਰੇ ਦੇ ਅੰਦਰ ਅਸੀਂ ਕਿਸ ਤਰ੍ਹਾਂ ਹਾਲਾਤ ਨੂੰ ਠੀਕ ਕਰ ਸਕਦੇ ਹਾਂ। नाजरीन, उन्नी देर तक हालात ठीक नहीं हो सकते जिन्नी देर तक साडा अदलिया का सिस्टम नहीं सही होएगा। वो इंसाफ नहीं करेगा। वो कोई सहाफ़ी नूं आज़ादाना सहाफ़त नहीं की जाएगी। कोई बंदा अपनी मर्जी के नाल कोई भी काम नहीं कर सकता। अगर कोई सोशल मीडिया ते बोलदा है किते होर बोलदा है तो उन्होंने ਉਹਦੇ ਮੁਤਾਬਕ ਜਿਹੜਾ ਨਾ ਉਹ ਕਰ ਦਿੱਤਾ ਜਾਂਦਾ। ਬਹੁਤ ਸਾਰੇ ਕਾਨੂੰਨ ਪਾਸ ਕੀਤੇ ਗਏ ਨੇ ਕੰਟਰੋਲ ਕਰਨ ਵਾਸਤੇ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ, ਯੂਟਿਊਬਰ ਨੂੰ ਔਰ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸਾਰੇ ਜਿਹੜੇ ਨਾ ਕਾਨੂੰਨ ਵੀ ਪਾਸ ਕੀਤੇ ਗਏ ਨੇ। FI ਨੇ ਔਰ ਅਧਿਕਾਰ ਨੇ। ਨਾਜ਼ਰੀਨ, ਅਸੀਂ ਅੱਜ ਦੀ ਖਬਰ ਦੇ ਵਿੱਚ ਇਹੋ ਹੀ ਡਿਸਕਸ ਉਹ ਕੀ ਸੀ ਔਰ ਉਹਦੇ ਬਾਰੇ ਹੀ ਆਪਣਾ ਤਜਜ਼ੀਆ ਕੀ ਪੇਸ਼ ਕੀਤਾ ਹੈ। ਇਸੇ ਨਾਲ ਹੀ ਅਸੀਂ ਉਮੀਦ ਕਰਨੇ ਆ ਨਾਜ਼ਰੀਨ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਔਰ ਤੁਸੀਂ ਇਹਦੇ ਤੇ ਕਮੈਂਟ ਵੀ ਕਰੋਗੇ ਕਿ ਕਿਆ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਕਿਆ ਇਸ ਦੇ ਬਾਰੇ 'ਚ ਸਾਨੂੰ ਵਾਕਿਆ ਹੀ ਸੋਲੂਸ਼ਨ ਕੋਈ ਲੱਭੇਗੀ ਔਰ ਇਸ ਦੇ ਬਾਰੇ ਵਿੱਚ ਅਸੀਂ ਕੀ ਚਾਹੁੰਦੇ। ਇਹਦੇ ਨਾਲ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।